ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਜਿਸਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਿਨ ਕੇ ਦੇਖ ਅਚਾਰ ਨਾਨੇ, ਜੇ ਕੋ ਆਪ ਕਮਾਏ। ਸਵਸਤ ਹੋਤ ਤਿਨ ਕੋ ਸਦਾ, ਜਮਪੁਰ ਸੋ ਨਹਿ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ, ਕੋਟ ਬ੍ਰਹਮੰਡਾਂ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਸੰਧਿਆ ਦੇ ਸਮੇਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰਾਂ ਦਾ ਫਰਮਾਨ ਹੈ, ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰ ਬਾਰ। ਜਿਉ ਬਨ ਪਰ ਬਾਕੇ ਭੋਇ ਗਿਰਹਿ, ਬਹੁਰ ਨ ਲਾਗਹਿ ਡਾਰ। ਇਹ ਮਨੁੱਖਾ ਜਨਮ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੋਂ ਮੰਨਿਆ ਗਿਆ ਹੈ। ਇਹ ਵਾਰ-ਵਾਰ ਮਿਲਦਾ ਨਹੀਂ ਹੈ। ਇਹ ਤੇਰੀ ਔਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਇਹ ਤੇਰਾ ਮੌਕਾ ਹੈ, ਇਹ ਤੈਨੂੰ ਵਾਰੀ ਮਿਲੀ ਹੋਈ ਹੈ। ਤੂੰ ਆਪਣੇ ਹਿਰਦੇ ਦੇ ਵਿੱਚ ਇਸ ਗੱਲ ਦੀ ਵਿਚਾਰ ਕਰਨਾ ਕਰ। ਤੇ ਸਤਿਗੁਰੂ ਜੀ ਕਹਿੰਦੇ ਨੇ, ਜਿਉ ਮਨ ਫਰ ਪਾਕੇ ਭੋਇ ਗਿਰਹਿ, ਬਹੁਰ ਨ ਲਾਗੇ ਡਾਰ। ਦਰਖਤ ਦੀ ਉਦਾਹਰਨ ਦੇ ਕਰਕੇ ਸਮਝਾਉਂਦੇ ਨੇ ਕਿ ਜਿਸ ਵੇਲੇ ਜੋ ਇੱਕ ਦਰਖਤ ਦੇ ਨਾਲੋਂ ਪੱਤੇ ਅਲੱਗ ਹੋ ਜਾਂਦੇ ਨੇ, ਉਹ ਦੁਬਾਰਾ ਦਰਖਤ ਦੇ ਨਾਲ ਜੋੜੇ ਨਹੀਂ ਜਾਂਦੇ ਹਨ। ਇਸੇ ਹੀ ਤਰ੍ਹਾਂ ਜੋ ਮਨੁੱਖਾ ਜਨਮ ਲਿਆ ਹੈ, ਇਹ ਦੁਬਾਰਾ ਮਿਲਣਾ ਬੜਾ ਅਸੰਭਵ ਹੈ, ਔਖਾ ਹੈ, ਕਠਿਨ ਹੈ। ਤੇ ਇਸ ਨੂੰ ਸਫਲਾ ਕਰਨ ਦੇ ਲਈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਗਤ ਦੀ ਮਹਾਨਤਾ ਦਰਸਾਈ ਗਈ ਹੈ ਕਿ ਸਤ ਸੰਗਤ ਦੇ ਵਿੱਚ ਆ ਕਰਕੇ ਹੀ ਜੋ ਇਸ ਦਾ ਜਿਹੜਾ ਮਨੁੱਖਾ ਜਨਮ ਨੂੰ ਮਿਲਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਉਹ ਸਤ ਸੰਗਤ ਦੇ ਵਿੱਚ ਹੀ ਆ ਕਰਕੇ ਸਫਲਾ ਹੋਵੇਗਾ। ਸਤਿਗੁਰਾਂ ਦੀ 'ਅਪਾਰ ਰਹਿਮਤ ਦੇ ਸਦਕਾ
ਆਪਾਂ ਹਰ ਰੋਜ਼ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਮਨੁੱਖਾ ਜਨਮ ਨੂੰ ਸਫਲਾ ਬਣਾਉਂਦੇ ਹਾਂ। ਜੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਨੰਦ ਲੈਂਦੇ ਹਾਂ, ਜੋ ਇਸ ਅਸਥਾਨ ਦੀ ਮਰਜ਼ਾਦਾ ਦੇ ਵਿੱਚ ਗੁਰੂ ਇਤਿਹਾਸ ਦੀ ਲੜੀਵਾਰ ਜੋ ਕਥਾ ਚੱਲਦੀ ਹੈ, ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਹਰ ਰੋਜ਼ ਸ਼ਰਵਣ ਕਰਦੇ ਹਾਂ ਗੁਰੂ ਇਤਿਹਾਸ ਨੂੰ। ਇਹ ਜੋ ਪਾਵਨ ਕਥਾ ਹੈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖਾਲਸਾ ਦੇ ਵਿੱਚ ਚੱਲ ਰਹੀ ਹੈ। ਉਸ ਨੂੰ ਸ਼ਰਵਣ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ ਮਿਹਰ ਦਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਜੋ ਜੀਵਨ ਕੌਤਕ ਨੇ, ਉਹਨਾਂ ਨੂੰ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਮਨਾ ਦੇ ਕੰਢੇ ਦੇ ਉੱਪਰ ਬੈਠੇ ਹੋਏ ਹਨ। ਪੰਡਤਾਂ ਨੂੰ ਉਪਦੇਸ਼ ਦਿੱਤਾ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਹੰਕਾਰ ਹੈ ਉਹਨਾਂ ਦੇ ਤਾਈਂ ਉਪਦੇਸ਼ ਦਿੱਤਾ ਹੈ। ਜਿਸ ਵੇਲੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਨਗਰ ਦੇ ਲੋਕ ਜੋ ਯਾਤਰੀ ਮੇਲੇ ਦੇ ਉੱਪਰ ਪਹੁੰਚੇ ਨੇ, ਉਹ ਵੀ ਚੱਲ ਕਰਕੇ ਆਏ ਹਨ ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਨਾਮ ਦਾ ਉਪਦੇਸ਼ ਦਿੱਤਾ ਹੈ। ਔਰ ਨਾਮ ਦੀ ਪ੍ਰਾਪਤੀ ਕਿਸ ਤੋਂ ਹੋਣੀ ਹੈ? ਗੁਰੂ ਤੋਂ। ਤੇ ਗੁਰੂ ਦੀ ਪਰਿਭਾਸ਼ਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਉਹਨਾਂ ਯਾਤਰੀਆਂ ਤਾਈਂ, ਉਹਨਾਂ ਜਾਚਕਾਂ ਤਾਈਂ ਸਮਝਾਈ ਹੈ। ਉਹਨਾਂ ਨੇ ਇਸ ਸੰਸਾਰ ਤੋਂ ਤਰਨ ਦਾ ਜੋ ਤਰੀਕਾ ਪੁੱਛਿਆ ਹੈ, ਸਤਿਗੁਰੂ ਜੀ ਨੇ ਗੁਰੂ ਦੇ ਬਾਰੇ ਸਮਝਾਇਆ ਹੈ ਕਿ ਗੁਰੂ ਕੀ ਹੈ। ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਨੇ ਸ਼ਰਵਣ ਕੀਤਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ 3 ਤਰ੍ਹਾਂ ਦੇ ਗੁਰੂ ਦੱਸੇ ਨੇ। ਇੱਕ ਅਵਧੂਤ ਗੁਰੂ, ਇੱਕ ਗਿਆਨੀ ਗੁਰੂ, ਇੱਕ ਮਹਾਂਪੁਰਖ ਗੁਰੂ। ਸਾਰਿਆਂ ਦੇ ਤਾਈਂ ਸਮਝਾ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਮਹਾਂਪੁਰਖ ਗੁਰੂ ਨੂੰ ਗੁਰੂ ਦੇ ਬਾਰੇ ਦੱਸਿਆ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਵੇਲੇ ਇਸ ਤਰ੍ਹਾਂ ਦਾ ਕੋਈ ਗੁਰੂ ਮਿਲ ਜਾਵੇ ਜਿਹੜਾ ਸਾਰੀ ਵਿਦਿਆ ਦੇ ਵਿੱਚ ਪੂਰਾ ਹੋਵੇ, ਜੇ ਕੋਈ ਐਸੇ ਗੁਰੂ ਨੂੰ ਜਾ ਕਰਕੇ ਮਨੁੱਖ ਮਿਲ ਲੈਣਾ ਕਰੇ ਤੇ ਉਸ ਦਾ ਉਧਾਰ ਹੋ ਜਾਂਦਾ ਹੈ। ਉਧਾਰ ਸਹਿਜੇ ਗਤ ਪਾਈ, ਤੇ ਸਹਿਜੇ ਹੀ ਉਸ ਦਾ ਉਧਾਰ ਹੋ ਜਾਂਦਾ ਹੈ ਔਰ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਐਸਾ ਜੋ ਪਾਵਨ ਉਪਦੇਸ਼ ਹੈ, ਜੋ ਸੁੱਖਾਂ ਨੂੰ ਦੇਣ ਵਾਲਾ ਹੈ, ਮਹਾਂਪੁਰਖ ਗੁਰੂ ਦੇ ਬਾਰੇ ਦੱਸਿਆ ਹੈ। ਕੱਲ੍ਹ ਦੇ ਦੀਵਾਨ ਦੇ ਵਿੱਚ ਆਪਾਂ ਨੇ ਸ਼ਰਵਣ ਕੀਤਾ ਹੈ। ਹੁਣ ਜਿਸ ਤਰ੍ਹਾਂ ਅਗਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਨ ਕੇ ਦੇਖ ਅਚਾਰ ਨਰ, ਜੇ ਕੋ ਆਪ ਕਮਾਏ। ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਮਹਾਂਪੁਰਖ ਗੁਰੂ ਦੇ ਬਾਰੇ ਸਮਝਾਇਆ ਹੈ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਨਾਲ ਇਹ ਵੀ ਦੱਸ ਦਿੱਤਾ ਹੈ ਕਿ ਜੇ ਕੋਈ ਮਨੁੱਖ ਉਹਨਾਂ ਦੇ ਆਚਰਣ ਨੂੰ ਵੇਖ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦੇ ਦੱਸੇ ਹੋਏ ਦੇ ਅਨੁਸਾਰ ਜੇ ਵੀ ਮਨੁੱਖ ਉਸ ਨੂੰ ਕਮਾ ਲੈਂਦਾ ਹੈ, ਸਵਸਤ ਹੋਤ ਤਿਨ ਕੋ ਸਦਾ, ਜਮ ਪਰ ਸੋ ਨਹਿ ਜਾਏ। ਅਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਜਨਮ ਮਰਨ ਦਾ ਚੱਕਰ ਹੈ, ਮਨੁੱਖਾ ਜਨਮ ਤੁਹਾਨੂੰ ਮਿਲਿਆ ਹੋਇਆ ਹੈ, ਐਸੇ ਸਤਿਗੁਰੂ ਨੂੰ ਮਿਲ ਕੇ, ਮਹਾਂਪੁਰਖ
ਜਾਂਦਾ ਹੈ ਸਵਸਤ ਹੋਤ ਤਿਨ ਕੋ ਸਦਾ ਜੰਪੁਰ ਸੋ ਨਹਿ ਜਾਏ। ਉਹ ਜਮਾਂ ਦੀ ਪੁਰੀ ਦੇ ਵਿੱਚ ਨਹੀਂ ਜਾਂਦਾ ਹੈ, ਭਾਵ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੋ ਜਾਂਦਾ ਹੈ। ਚੌਪਈ ਨਰ ਜਹ ਪਾਰ ਲੰਘਾਵਨ ਹੋਏ, ਪਾਰ ਕਰੈ ਕੇਵਟ ਸਮ ਸੋਏ। ਅਤੇ ਸਤਿਗੁਰੂ ਦੇ ਜਿਸ ਵੇਲੇ ਜੀਵ ਲੜ ਲੱਗ ਜਾਂਦਾ ਹੈ, ਸਤਿਗੁਰੂ ਦੇ ਪਾਸ ਪਹੁੰਚਦਾ ਹੈ, ਤੇ ਸੱਚਾ ਗੁਰੂ ਕੀ ਕਰਦਾ ਹੈ, ਮਹਾਂਪੁਰਖ ਕੀ ਕਰਦਾ ਹੈ, ਨਰ ਜਹ ਪਾਰ ਲਗਾਵਨ ਹੋਏ। ਜਿਹੜੇ ਮਨੁੱਖ ਉਸ ਗੁਰੂ ਦੇ ਅਧਿਕਾਰੀ ਹੋ ਜਾਂਦੇ ਹਨ, ਭਾਵ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਨੇ, ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਨੇ, ਉਹਨਾਂ ਨੂੰ ਅਧਿਕਾਰੀ ਵੇਖ ਕਰਕੇ ਜਿਹੜਾ ਸੱਚਾ ਗੁਰੂ ਹੈ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ। ਕਿਸੀ ਤੁਲਾ ਦੇ ਕਹਿ ਸਰਨਾਈ, ਕਿਸੂ ਨੌਕਾ ਦੇਤ ਚੜਾਈ। ਅਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ ਕਿਸ ਤਰ੍ਹਾਂ ਪਾਰ ਕਰ ਦਿੰਦੇ ਨੇ, ਪਾਰ ਕਰੈ ਕੇਵਟ ਸਮ ਸੋਏ। ਜਿਸ ਤਰ੍ਹਾਂ ਇੱਕ ਜਹਾਜ਼ ਸਮੁੰਦਰ ਦੇ ਵਿੱਚੋਂ ਜੀਵਾਂ ਨੂੰ ਪਾਰ ਕਰਦਾ ਹੈ, ਉਸੇ ਹੀ ਤਰ੍ਹਾਂ ਜਿਹੜਾ ਸੱਚਾ ਗੁਰੂ ਹੈ, ਮਹਾਂਪੁਰਖ ਗੁਰੂ ਹੈ, ਉਹ ਜੋ ਆਪਣੇ ਸ਼ਰਧਾਲੂਆਂ ਨੂੰ ਜਿਹੜੇ ਉਹਨਾਂ ਦੇ ਦੱਸੇ ਹੋਏ ਬਚਨਾਂ ਦੇ ਅਨੁਸਾਰ ਚੱਲਦੇ ਨੇ, ਉਹਨਾਂ ਨੂੰ ਪਾਰ ਕਰ ਦਿੰਦੇ ਨੇ। ਕਹਿੰਦੇ ਕਿਸ ਤਰ੍ਹਾਂ ਕਰ ਦਿੰਦੇ ਨੇ, ਕਿਸੇ ਤੁਲਾ ਦੇ ਕਿਸੇ ਸ਼ਰਨਾਈ। ਕਹਿੰਦੇ ਨੇ ਕਿਸੇ ਨੂੰ ਤੁਲਾ ਦਿੰਦੇ ਨੇ, ਸਹਾਰਾ ਦਿੰਦੇ ਨੇ, ਅਤੇ ਕਿਸੇ ਨੂੰ ਪਾਣੀ ਤੋਂ ਤਾਰ ਦਿੰਦੇ ਹਨ। ਤਹਿ ਕੇ ਦਰਸ਼ਨ ਕਲਮ ਜਾਈ, ਮਹਾਂਪੁਰਖ ਗੁਰ ਸਭ ਸੁਖਦਾਈ। ਐਸੇ ਮਹਾਂਪੁਰਖ ਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਕਹਿੰਦੇ ਨੇ ਕਲਮਲ ਜਾਈ। ਜਿਹੜੇ ਕਲਮਲ ਨੇ, ਜੀਵ ਦੇ ਕੀਤੇ ਹੋਏ ਪਾਪ ਨੇ, ਜਿਸ ਵੇਲੇ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਗੁਰੂ ਦੇ ਕਹੇ ਹੋਏ ਬਚਨਾਂ ਨੂੰ ਮੰਨਦਾ ਹੈ, ਉਸ ਵੇਲੇ ਕੀ ਹੁੰਦਾ ਹੈ, ਸਾਰੇ ਉਸਦੇ ਜਿਹੜੇ ਕਲਮਲ ਨੇ, ਜਿਹੜੇ ਪਾਪ ਨੇ, ਉਹ ਕੱਟੇ ਜਾਂਦੇ ਹਨ। ਤੇ ਮਹਾਂਪੁਰਖ ਗੁਰੂ ਸਭ ਸੁਖਦਾਈ, ਤੇ ਸਾਰੀਆਂ ਹੀ ਸੁਖਦਾਈ ਦਾਤਾਂ ਦੇਣ ਵਾਲਾ ਜੋ ਮਹਾਂਪੁਰਖ ਗੁਰੂ ਹੁੰਦਾ ਹੈ, ਸਾਰੀਆਂ ਹੀ ਦਾਤਾਂ ਸੁਖ ਸਹੂਲਤਾਂ ਉਸ ਨੂੰ ਦੇ ਦਿੰਦਾ ਹੈ। ਗੁਣ ਖਾਨੀ ਤੇ ਸੁਨ ਅਸ ਬਾਨੀ, ਪਰਮ ਪ੍ਰੇਮ ਮੈਂ ਮਤ ਲਪਟਾਨੀ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਗੁਣਾਂ ਦੀ ਖਾਣ ਨੇ, ਗੁਣਾਂ ਦੇ ਖਜ਼ਾਨੇ ਹਨ, ਐਸੇ ਗੁਰਾਂ ਦੀ ਬਾਣੀ ਜਿਸ ਵੇਲੇ ਸਾਰੇ ਹੀ ਜੀਵਾਂ ਨੇ ਜੋ ਉਪਦੇਸ਼ ਲੈ ਰਹੇ ਹਨ, ਜਿਨ੍ਹਾਂ ਨੇ ਪ੍ਰਸ਼ਨ ਕੀਤਾ ਹੈ, ਉਹਨਾਂ ਨੇ ਜਿਸ ਵੇਲੇ ਸੁਣੀ ਹੈ, ਪਰਮ ਪ੍ਰੇਮ ਮਹਿ ਮਤ ਲਪਟਾਨੀ। ਤੇ ਸਤਿਗੁਰੂ ਸਾਹਿਬ ਜੀ ਨਾਮ ਦਾ ਉਪਦੇਸ਼ ਦੇ ਰਹੇ ਹਨ, ਸੱਚੇ ਗੁਰੂ ਦਾ ਉਪਦੇਸ਼ ਦੇ ਰਹੇ ਹਨ। ਜਿਸ ਵੇਲੇ ਇਸ ਤਰ੍ਹਾਂ ਸਾਰੇ ਹੀ ਉਪਦੇਸ਼ ਨੂੰ ਸੁਣਿਆ ਹੈ, ਮਹਾਂਪੁਰਖ ਪਰਮ ਪ੍ਰੇਮ ਮਹਿ ਮਤ ਲਪਟਾਨੀ, ਅਤੇ ਉਹਨਾਂ ਦੀ ਜਿਹੜੀ ਮਤ ਹੈ, ਉਹਨਾਂ ਦੀ ਜਿਹੜੀ ਬੁੱਧੀ ਹੈ, ਉਹ ਨਿਰਮਲ ਹੋ ਗਈ ਹੈ, ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮਸਤ ਹੋ ਗਈ ਹੈ। ਗਹਿ ਪਦ ਪੰਕਜ ਬਿਨੈ ਬਖਾਨ ਹੈ, ਮੁਕਤ ਦਾਨ ਦਾ ਰੂਪ ਪਛਾਨ ਹੈ। ਅਤੇ ਉਸ ਵੇਲੇ ਕੀ ਹੋਇਆ ਹੈ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਜਿਹੜੀਆਂ ਵੀ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਹਨ, ਉਹਨਾਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਕਮਲ ਪਕੜੇ ਨੇ, ਭਾਵ ਚਰਨ ਕਮਲਾਂ ਦਾ ਧਿਆਨ ਧਾਰਿਆ ਹੈ। ਧਿਆਨ ਧਾਰ ਕੇ ਮੁਖ ਤੋਂ ਇਸ ਤਰ੍ਹਾਂ ਦੇ ਬਚਨ ਕਹੇ ਹਨ, ਮੁਕਤ ਦਾਨ ਦਾ ਰੂਪ ਪਛਾਨੇ। ਤੇ ਆਪ ਜੀ ਨੂੰ ਮੁਕਤੀ ਦਾਤਾ ਸਰੂਪ ਜਾਣਦੇ ਹਾਂ, ਆਪ ਜੀ ਹੀ ਮੁਕਤੀ ਦਾਤਾ ਹੋ, ਆਪ ਜੀ ਮੁਕਤੀ ਨੂੰ ਦੇਣ ਵਾਲੇ ਹੋ। ਭਵ ਸਾਗਰ ਮਹਿ ਹੈ ਦੁਖ ਪਾਰਾ, ਨਿਜ ਕਰਨਾ ਕਰਹੁ ਉਧਾਰਾ। ਅਤੇ ਉਸ ਵੇਲੇ ਬੇਨਤੀ ਕਰਦੇ ਨੇ ਕਿ ਸਤਿਗੁਰੂ ਜੀਓ, ਸੰਸਾਰ ਸਮੁੰਦਰ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਦੁੱਖ ਹੈ। ਭਿਆਨਕ ਦੁੱਖ ਕਿਹੜਾ ਹੈ? ਜਨਮ ਮਰਨ ਦਾ ਦੁੱਖ ਹੈ। ਆਪ ਜੀ ਕਿਰਪਾ ਕਰੋ, ਨਿਜ ਕਰਨਾ ਕਰਹੁ ਉਧਾਰਾ। ਆਪ ਜੀ ਆਪਣੀ ਕਿਰਪਾ ਕਰਕੇ ਸਾਡਾ ਉਧਾਰ ਜਿਹੜਾ ਹੈ, ਪਾਰ ਉਤਾਰਾ ਜਿਹੜਾ ਹੈ, ਸੰਸਾਰ ਸਮੁੰਦਰ ਤੋਂ ਕਰ ਦੇਣਾ ਕਰੋ। ਦੋਹਰਾ ਸਿੱਖ ਆਪਣੇ ਕੀਜੀਏ, ਸੁਭ ਉਪਦੇਸ਼ ਦ੍ਰਿੜਾਏ। ਅਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਤਿਗੁਰੂ ਜੀ ਨੂੰ ਬਚਨ ਕਰਦੇ ਨੇ, ਬੇਨਤੀ ਕਰਦੇ ਨੇ, ਸਿੱਖ ਆਪਣੇ ਕੀਜੀਏ। ਸਤਿਗੁਰੂ ਜੀਓ, ਆਪ ਜੀ ਆਪਣੇ ਸਿੱਖ ਬਣਾ ਲੈਣਾ ਕਰੋ, ਸ੍ਰੇਸ਼ਟ ਮਤ ਨੂੰ ਦ੍ਰਿੜਾਉਣਾ ਕਰੋ, ਸ੍ਰੇਸ਼ਟ ਉਪਦੇਸ਼ ਜਿਹੜਾ ਹੈ ਉਹ ਸਾਡੇ ਤਾਈਂ ਦੱਸਣਾ ਕਰੋ। ਜਸ ਤੁਮਰਾ ਸ਼ਰਵਣਨ ਸੁਨੋ, ਦਰਸ ਦਿਓ ਅਬ ਆਏ। ਅਤੇ
ਇਹ ਬੇਨਤੀ ਕਰਦੇ ਨੇ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੁਹਾਡੇ ਇਸ ਅਸਥਾਨ ਤੇ ਆਉਣ ਤੋਂ ਹੀ ਪਹਿਲਾਂ ਆਪ ਜੀ ਦਾ ਜਿਹੜਾ ਜਸ ਹੈ, ਵਡਿਆਈ ਹੈ, ਉਸ ਨੂੰ ਸ਼ਰਵਣ ਕੀਤਾ ਹੈ। ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਦਰਸ ਦਿਓ ਅਬ ਆਏ। ਤੇ ਹੁਣ ਆਪ ਜੀ ਨੇ ਦਰਸ਼ਨ ਦੇਣਾ ਕੀਤੇ ਹਨ। ਤਿਨ ਕੀ ਦੇਖ ਦੀਨਤਾ ਦਿਆਲਾ, ਦੇਤ ਭਏ ਉਪਦੇਸ਼ ਰਸਾਲਾ। ਉਹਨਾਂ ਦੀ ਦੀਨਤਾ ਨੂੰ, ਭਾਵ ਉਹਨਾਂ ਦੇ ਗਰੀਬ ਸੁਭਾਅ ਨੂੰ ਜਾਣ ਕਰਕੇ, ਕੋਮਲ ਹਿਰਦੇ ਨੂੰ ਜਾਣ ਕਰਕੇ, ਉਹਨਾਂ ਦੀ ਬੇਨਤੀ ਨੂੰ ਮੰਨ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਰਸ ਭਰੇ ਬਚਨਾਂ ਦੇ ਵਿੱਚ ਉਪਦੇਸ਼ ਦਿੱਤਾ ਹੈ। ਜਗਤ ਜਾਣੀਏ ਹਿਰਦੇ ਅਨਿਤਾ, ਸਤ ਨਾਮ ਸਿਮਰੋ ਨਿਤ ਚਿਤਾ। ਅਤੇ ਬਚਨ ਕਰਦੇ ਨੇ ਕਿ हे ਭਾਈ, ਜਿਹੜਾ ਇਹ ਜਗਤ ਹੈ ਨਾ, ਸੰਸਾਰ ਹੈ, ਇਹ ਅਨਿਤ ਹੈ, ਭਾਵ ਨਿਤ ਰਹਿਣ ਵਾਲਾ ਨਹੀਂ ਹੈ। ਇਹ ਜੋ ਨਾਸ਼ਮਾਨ ਹੈ ਅਤੇ ਇਸ ਸੰਸਾਰ ਨੂੰ ਨਾਸ਼ਮਾਨ ਜਾਣ ਕਰਕੇ ਸਤਿਨਾਮ ਸਿਮਰੋ ਨਿਤ ਚਿੱਤਾ ਅਤੇ ਆਪਣੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਨਾਮ ਨੂੰ ਸਿਮਰਨਾ ਕਰੋ, ਉਸ ਨੂੰ ਚੇਤੇ ਦੇ ਵਿੱਚ ਲਿਆਉਣਾ ਕਰੋ। ਮਨ ਰੋਕਨ ਕੋ ਕਰ ਅਭਿਆਸਾ, ਵੈ ਤੁਮ ਕੋ ਪ੍ਰਾਪਤ ਸੁਖ ਰਾਸਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜੋ ਸਿੱਖਾਂ ਦੇ ਤਾਈਂ ਉਪਦੇਸ਼ ਬਖਸ਼ ਰਹੇ ਹਨ, ਕਹਿੰਦੇ ਨੇ ਕਿ ਮਨ ਨੂੰ ਰੋਕਣ ਦਾ, ਇੰਦਰੀਆਂ ਨੂੰ ਵਸ ਦੇ ਵਿੱਚ ਰੱਖਣ ਦਾ ਜਿਹੜਾ ਅਭਿਆਸ ਕਰਨਾ। ਜਿਸ ਵੇਲੇ ਆਪ ਜੀ ਇੰਦਰੀਆਂ ਨੂੰ ਰੋਕਣ ਦਾ ਅਭਿਆਸ ਕਰੋਗੇ, ਉਸ ਵੇਲੇ ਕੀ ਹੋਵੇਗਾ? ਤੁਹਾਡਾ ਜਿਹੜਾ ਮਨ ਹੈ ਉਹ ਵਸ ਦੇ ਵਿੱਚ ਆ ਜਾਵੇਗਾ। ਜਬ ਹੀ ਜਗਤ ਅਸਤ ਪਛਾਨੋ, ਮਨ ਸੰਕਲਪ ਸੁਖੈਨ ਹਾਨੋ। ਅਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ ਇਹ ਭਾਈ, ਜਿਹੜਾ ਅਨਿੱਤਾ ਸੰਸਾਰ ਹੈ ਨਾ, ਜੋ ਨਾਸ਼ ਹੋਣ ਵਾਲਾ ਹੈ, ਜਿਸ ਵੇਲੇ ਜਗਤ ਨੂੰ ਅਸਤ ਜਾਣਨਾ ਕਰੋਗੇ, ਭਾਵ ਝੂਠਾ ਜਾਣਨਾ ਕਰੋਗੇ ਕਿ ਸਦਾ ਅਸਥਿਰ ਰਹਿਣ ਵਾਲਾ ਨਹੀਂ ਹੈ, ਇਸ ਦੇ ਵਿੱਚ ਟਿਕ ਕੇ ਨਾ ਤਾਂ ਸੰਸਾਰ ਦੇ ਵਿੱਚ ਜੀਵ ਨੇ ਰਹਿਣਾ ਹੈ ਔਰ ਨਾ ਹੀ ਜਿਹੜਾ ਜਗਤ ਹੈ ਇਹ ਜੋ ਸੱਚਾ ਹੈ। ਜਿਸ ਵੇਲੇ ਇਸ ਗੱਲ ਨੂੰ ਸਮਝ ਲੈਣਾ ਕਰੋਗੇ, ਉਸ ਵੇਲੇ ਕੀ ਹੋਵੇਗਾ? ਮਨ ਸੰਕਲਪ ਸੁਕੈਨ ਹਨ, ਤੇ ਮਨ ਦੇ ਜਿਹੜੇ ਫੁਰਨੇ ਨੇ ਆਪ ਜੀ ਛੇਤੀ ਦੇ ਨਾਲ ਉਹ ਜਿਹੜਾ ਉਹਨਾਂ ਨੂੰ ਨਾਸ਼ ਕਰਦੇ ਰਹੋਗੇ। ਭਾਵ ਮਨ ਦੇ ਜਿਹੜੇ ਸਾਰੇ ਸੰਕਲਪ ਨੇ, ਜਿਹੜੇ ਹਿਰਦੇ ਦੇ ਵਿੱਚ ਪੈਦਾ ਹੁੰਦੇ ਨੇ, ਸੰਸਾਰ ਦੇ ਉੱਪਰ ਰਹਿਣ ਦੇ ਜਿਹੜੇ ਬੜੇ ਬੜੇ ਦਾਅਵੇ ਕਰਨ ਵਾਲੇ ਜਿਹੜੇ ਫੁਰਨੇ ਨੇ, ਇਹ ਉਸ ਵੇਲੇ ਸਾਰੇ ਹੀ ਨਾਸ਼ ਹੋ ਜਾਣਗੇ। ਜਿਸ ਵੇਲੇ ਆਪ ਜੀ ਇਸ ਜਗਤ ਨੂੰ ਅਸਤ ਜਾਣੋਗੇ, ਝੂਠਾ ਜਾਣ ਲਵੋਗੇ। ਇਸ ਪ੍ਰਕਾਰ ਕੋ ਦੇ ਉਪਦੇਸ਼ਾ, ਆਗੇ ਗਮਨ ਕੀਨ ਜਗਦੇਸ਼ਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ, ਇਸ ਤਰ੍ਹਾਂ ਦਾ ਉਪਦੇਸ਼ ਦੇਣ ਤੋਂ ਉਪਰੰਤ ਜਗਤ ਦੇ ਈਸ਼ਾ, ਜਗਤ ਦੇ ਈਸ਼ਵਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਸ ਅਸਥਾਨ ਤੋਂ ਅੱਗੇ ਚੱਲ ਪਏ ਹਨ। ਕਾਂਚੀ ਵਿਖੇ ਜਾਏ ਕੇ ਡੇਰਾ, ਟਾਟ ਸੁਰ ਸਰਜੈ ਸੁੰਦਰ ਹੀਰਾ। ਅਤੇ ਉਸ ਵੇਲੇ ਕਵੀ ਜੀ ਕਹਿੰਦੇ ਨੇ ਕਿੱਥੇ ਪਹੁੰਚ ਗਏ ਨੇ? ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਾਂਚੀ ਦੇ ਵਿੱਚ ਪਹੁੰਚ ਗਏ ਨੇ। ਜਿਸ ਵੇਲੇ ਕਾਂਚੀ ਦੇ ਵਿੱਚ ਪਹੁੰਚੇ ਨੇ, ਪਹੁੰਚ ਕਰਕੇ ਕਾਂਚੀ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਮਨਾ ਦੇ ਕਿਨਾਰੇ ਆਪਣਾ ਜਿਹੜਾ ਡੇਰਾ ਹੈ ਉਹ ਲਗਾਇਆ ਹੈ। ਆਤਸ਼ੈ ਉਜਲ ਨੀਰ ਤਰੰਗਾ, ਸਤ ਨਾਮ ਕੋ ਜਸ ਜਨ ਚੰਗਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵੇਲੇ ਬੈਠੇ ਹਨ, ਜਾ ਕਰਕੇ ਉਸ ਵੇਲੇ ਕਹਿੰਦੇ ਨੇ ਅਤਿਸ਼ੈ ਉਜਲ ਨੀਰ ਤਰੰਗਾ। ਉਹ ਜਮਨਾ ਨਦੀ ਦੀਆਂ ਜਿਹੜੀਆਂ ਲਹਿਰਾਂ ਨੇ ਬੜੀਆਂ ਉਜਲ ਨੇ, ਬੜੀਆਂ ਸਾਫ਼ ਲਹਿਰਾਂ ਉਸ ਦੇ ਵਿੱਚ ਚੱਲ ਰਹੀਆਂ ਨੇ। ਉਸ ਦਾ ਜਿਹੜਾ ਜਲ ਹੈ, ਨੀਰ ਹੈ, ਬੜਾ ਹੀ ਸਾਫ਼ ਹੈ। ਸਤ ਨਾਮ ਕੋ ਜਸ ਜਨ ਚੰਗਾ। ਕਹਿੰਦੇ ਨੇ ਸੱਚੇ ਨਾਮ ਦਾ ਜਸ ਜਿਸ ਤਰ੍ਹਾਂ ਜਨ ਵਾਸਤੇ, ਸੇਵਕ ਵਾਸਤੇ ਸਦਾ ਹੀ ਜੋ ਲਾਭਕਾਰੀ ਹੁੰਦਾ ਹੈ। ਹੁਤੇ ਕਹਾ ਜੇ ਪੰਡਿਤ ਭਾਰੀ, ਸੁਨ ਕਰ ਸੁਧ ਤ੍ਰਿਸ਼ੋਨ ਮਚਾਰੀ। ਅਤੇ ਜਿਸ ਵੇਲੇ ਉਸ ਜਮਨਾ ਦੇ ਕਿਨਾਰੇ ਜਾ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬੈਠੇ ਹਨ, ਨਦੀ ਦੇ ਕਿਨਾਰੇ ਜਾ ਕਰਕੇ ਬੈਠੇ ਹਨ, ਅਤੇ ਉਸ ਅਸਥਾਨ ਦੇ ਵੀ ਜਿਹੜੇ ਪੰਡਤ ਨੇ, ਜਿਹੜੇ ਉਸ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਨੇ, ਵਿਦਵਾਨ ਪੁਰਸ਼ ਨੇ, ਕਹਿੰਦੇ ਨੇ ਹੁਤੇ ਤਹਾਂ ਜੇ ਪੰਡਤ ਭਾਰੀ। ਉਸ ਅਸਥਾਨ ਤੇ ਜਿਹੜੇ ਪੰਡਤ ਸਨ
ਬੜੇ ਹੀ ਭਾਰੀ ਵਿਦਿਆ ਦੇ ਵਿੱਚ ਮਾਰ। ਕਹਿੰਦੇ ਨੇ ਉਹਨਾਂ ਨੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੀ ਆਉਣ ਦੀ ਖਬਰ ਹੈ ਜੋ ਆਪਣੇ ਕੰਨਾਂ ਦੇ ਵਿੱਚ ਸੁਣੀ ਹੈ। ਜਿਸ ਵੇਲੇ ਮਿਲ ਕਰ ਸਭੀ ਆਪਸ ਮਾਹੀ ਆਵਨ ਭੇਟਿਆਰ ਹਰਿ ਖਾਹੀ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਬੜੀ ਹੀ ਖੁਸ਼ੀ ਦੇ ਨਾਲ ਮਨ ਦੇ ਵਿੱਚ ਚਾਅ ਕਰਕੇ ਆਉਣ ਦੀ ਤਿਆਰੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਤਿਆਰੀ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸ ਆ ਕਰਕੇ ਪਹੁੰਚ ਗਏ ਹਨ। ਪੂਰਨ ਸੰਤ ਸੁਨਤ ਥੇ ਜਾਕੋ ਦਰਸ਼ਨ ਦਰਸ਼ਨ ਕਰੈ ਚਲੋ ਅਬ ਤਾਪ। ਅਤੇ ਉਸ ਵੇਲੇ ਕਹਿੰਦੇ ਨੇ ਕਿ ਜਿਹੜੇ ਪੂਰਨ ਸੰਤ ਸੁਣਤੇ ਜਾ ਕੇ ਆਪਣੇ ਮਨ ਦੇ ਵਿੱਚ ਇੱਕ ਦੂਸਰੇ ਦੇ ਨਾਲ ਵਿਚਾਰ ਕਰਦੇ ਨੇ। ਕਹਿੰਦੇ ਨੇ ਪੂਰਨ ਸੰਤ ਜਿਹੜੇ ਸੁਣੇ ਜਾਂਦੇ ਸਨ, ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਬਾਰੇ ਸੁਣਿਆ ਸੀ, ਉਹ ਆਪਣੇ ਨੇੜੇ ਆਏ ਹੋਏ ਹਨ। ਜਾ ਕਰਕੇ ਉਹਨਾਂ ਦੇ ਦਰਸ਼ਨ ਕਰਨਾ ਕਰੀਏ, ਇਸ ਤਰ੍ਹਾਂ ਜੋ ਉਹ ਵਿਚਾਰ ਕਰ ਰਹੇ ਹਨ। ਨਰ ਬ੍ਰਿੰਦਨ ਸੋ ਪੰਡਿਤ ਆਏ ਸ੍ਰੀ ਗੁਰ ਆਗੈ ਸੀਸ ਨਿਵਾਏ। ਅਤੇ ਬਹੁਤ ਹੀ ਜ਼ਿਆਦਾ ਹੋਰ ਮਨੁੱਖਾਂ ਦੇ ਨਾਲ, ਹੋਰ ਸੰਗਤ ਦੇ ਨਾਲ ਜਿਹੜੇ ਪੰਡਿਤ ਪੁਰਸ਼ ਨੇ, ਵਿਦਵਾਨ ਪੁਰਸ਼ ਨੇ, ਆ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚੇ ਹਨ ਤੇ ਆ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਸੀਸ ਨਿਵਾਇਆ ਹੈ। ਤਾਰ ਔਰ ਸ਼ਰਦਾ ਕੋਟਿਕ ਵੈਸੇ ਪ੍ਰਸ਼ਨ ਕੀਨ ਬਿਨ ਕਹਿ ਤਬ ਐਸੇ। ਅਤੇ ਧਰ ਕਰਕੇ ਹਿਰਦੇ ਦੇ ਵਿੱਚ ਸ਼ਰਧਾ, ਪ੍ਰੇਮ ਭਾਵਨਾ ਧਾਰ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਬੈਠ ਗਏ ਹਨ। ਜਿਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਬੈਠੇ ਨੇ ਤੇ ਉਸ ਵੇਲੇ ਆਪਣੇ ਮੁਖਾਰ ਬਿੰਦ ਤੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਸਾਰੀ ਹੀ ਸੰਗਤ ਨੇ, ਪੰਡਤਾਂ ਨੇ ਬੇਨਤੀ ਕੀਤੀ ਹੈ। ਦੋਹਰਾ ਵੇਦ ਸ਼ਾਸਤਰ ਨਿਤ ਪ੍ਰਤ ਪੜਿਤ ਸੁਨਤ ਸਦਾ ਵਿਵਹਾਰ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਨ ਕੀਤਾ ਹੈ ਕਿ ਸਤਿਗੁਰੂ ਸਾਹਿਬ ਜੀਓ, ਆਪ ਜੀ ਦੇ ਤਾਈਂ ਪ੍ਰਸ਼ਨ ਹੈ। ਕੀ ਪ੍ਰਸ਼ਨ ਹੈ? ਵੇਦ ਸ਼ਾਸਤਰ ਨਿਤ ਪ੍ਰਤ ਪੜਤ, ਕਿ ਅਸੀਂ ਵੇਦ ਔਰ ਸ਼ਾਸਤਰ ਜਿਹੜੇ ਧਾਰਮਿਕ ਗ੍ਰੰਥ ਹਨ ਉਹਨਾਂ ਨੂੰ ਨਿਤ ਪ੍ਰਤੀ ਪੜ੍ਹਦੇ ਹਾਂ, ਹਰ ਰੋਜ਼ ਹੀ ਉਹਨਾਂ ਦਾ ਅਧਿਐਨ ਕਰਦੇ ਹਾਂ, ਸਦਾ ਹੀ ਸੁਣਦੇ ਹਾਂ ਅਤੇ ਉਹਨਾਂ ਦਾ ਵਿਵਹਾਰ ਕਰਦੇ ਹਾਂ, ਭਾਵ ਉਹਨਾਂ ਦੇ ਵਿੱਚ ਹੀ ਵਿਚਰਦੇ ਹਾਂ, ਭਾਵ ਉਸ ਤਰ੍ਹਾਂ ਹਰ ਰੋਜ਼ ਉਹਨਾਂ ਦਾ ਅਧਿਐਨ ਕਰਦੇ ਹਾਂ। ਹਮ ਔਰ ਸ਼ਾਂਤ ਨ ਆਵਈ ਮਿਟਤ ਨਹੀਂ ਹੰਕਾਰ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤਾਈਂ ਬਚਨ ਕਰਦੇ ਨੇ ਕਿ ਉਹਨਾਂ ਨੂੰ ਪੜ੍ਹ ਕਰਕੇ ਸਾਡੇ ਹਿਰਦੇ ਦੇ ਵਿੱਚ ਸ਼ਾਂਤੀ ਨਹੀਂ ਆਉਂਦੀ ਹੈ। ਸਾਧ ਸੰਗਤ ਜੀ, ਪੜ੍ਹਨ ਦੇ ਨਾਲ ਇਕੱਲਾ ਮੁਕਤੀ ਪ੍ਰਾਪਤ ਨਹੀਂ ਹੁੰਦੀ। ਪੜ੍ਹੇ ਮੁਕਤ ਨਾ ਹੋਈ ਹੈ ਜਿ ਚਿਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੀ ਜੀਵ ਵਿਚਾਰ ਨਹੀਂ ਕਰਦਾ ਹੈ, ਜਿਸ ਤਰ੍ਹਾਂ ਸ਼ਬਦ ਦੀ ਵਿਚਾਰ ਨਹੀਂ ਕਰਦਾ ਹੈ, ਸ਼ਬਦ ਨੂੰ ਸਮਝਦਾ ਨਹੀਂ ਹੈ, ਉਸ ਸਮੇਂ ਤੱਕ ਪੜ੍ਹਨ ਦੇ ਨਾਲ ਕੋਈ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਇਸ ਵੇਲੇ ਬੇਨਤੀ ਕੀਤੀ ਹੈ ਕਿ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਇਸ ਦੇ ਵਿੱਚ ਇਹ ਸ਼ੰਕਾ ਨਹੀਂ ਹੈ ਕਿ ਵੇਦ ਸ਼ਾਸਤਰ ਪੜ੍ਹਨ ਦੇ ਨਾਲ ਸ਼ਾਂਤੀ ਨਹੀਂ ਆਉਂਦੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਨੇ ਕਿ ਇਹ ਭਾਈ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ। ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਵੇਦ ਔਰ ਕਤੇਬ ਜਿਹੜੇ ਧਾਰਮਿਕ ਗ੍ਰੰਥ ਹੈ ਉਹ ਝੂਠੇ ਨਹੀਂ ਹਨ। ਝੂਠਾ ਉਹ ਮਨੁੱਖ ਹੈ ਜਿਹੜਾ ਉਹਨਾਂ ਦੀ ਵਿਚਾਰ ਨਹੀਂ ਕਰਦਾ ਹੈ। ਤੇ ਇਸੇ ਹੀ ਤਰ੍ਹਾਂ ਜਿਹੜੇ ਪੰਡਤ ਨੇ ਉਹ ਮਾਇਆ ਦੇ ਹੰਕਾਰ ਦੇ ਵਿੱਚ ਨੇ, ਉਹਨਾਂ ਦੇ ਮਨ ਦੇ ਵਿੱਚ ਲਾਲਸਾ ਹੈ, ਉਹ ਸਤਿਗੁਰੂ ਸਾਹਿਬ ਜੀ ਦੇ ਤਾਈਂ ਪ੍ਰਸ਼ਨ ਕਰ ਰਹੇ ਹਨ। ਹਮ ਔਰ ਸ਼ਾਂਤ ਨਾ ਆਵਈ ਮਿਟਤ ਨਹੀਂ ਹੰਕਾਰ, ਕਿ ਸਤਿਗੁਰੂ ਸਾਹਿਬ ਜੀਓ, ਸਾਡੇ ਹਿਰਦੇ ਦੇ ਵਿੱਚ ਕਦੇ ਸ਼ਾਂਤੀ ਨਹੀਂ ਆਉਂਦੀ ਹੈ। ਸਾਡਾ ਹੰਕਾਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਤੇ ਹੰਕਾਰ ਜੋ ਮਿਟਦਾ ਨਹੀਂ ਹੈ। ਸੁਨ ਕਰ ਬੋਲੇ ਸ਼੍ਰੀ ਗੁਣ ਖਾਨੀ ਪੰਡਤ ਗੁਣ ਹਮਾਰੀ ਬਾਣੀ। ਅਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ हे ਭਾਈ, ਸੁਣ ਕਰਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਨੇ ਕਿ ਜਿਹੜੀ ਸਾਡੀ ਬਾਣੀ ਹੈ, ਜਿਹੜਾ ਸਾਡਾ ਉਪਦੇਸ਼ ਹੈ, ਉਹ ਆਪ ਜੀ ਵਿਚਾਰਨਾ ਕਰੋ। ਅੰਤਰ ਖੋਟ ਨਿਰੰਤਰ ਤਰਹੀ ਕੈਸੇ ਪਾਹੋ ਵੇਦ ਕੋ
ਚਰਹੀ। ਅਤੇ ਉਸ ਵੇਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿ ਰਹੇ ਹਨ ਕਿ ਹਿਰਦੇ ਦੇ ਵਿੱਚ ਆਪ ਜੀ ਦੇ ਬਹੁਤ ਹੀ ਜ਼ਿਆਦਾ ਖੋਟ ਹੈ। ਭਾਵ ਆਪ ਜੀ ਪੜ੍ਹਦੇ ਜ਼ਰੂਰ ਹੋ, ਪਰ ਪੜ੍ਹਦੇ ਕਿਸ ਵਾਸਤੇ ਹੋ? ਮਾਇਆ ਨੂੰ ਕਮਾਉਣ ਵਾਸਤੇ। ਇਸ ਕਰਕੇ ਤੁਹਾਡੇ ਮਨ ਦੇ ਵਿੱਚ ਜਿਹੜੀ ਖੋਟ ਹੈ, ਹਰ ਰੋਜ਼ ਆਪ ਜੀ ਆਪਣੇ ਹਿਰਦੇ ਦੇ ਵਿੱਚ ਖੋਟ ਧਾਰਦੇ ਹੋ। ਕੈਸੇ ਪਾਵੋ ਵੇਦ ਅਚਰਹੀ, ਕਿਸ ਤਰ੍ਹਾਂ ਆਪ ਜੀ ਜਿਹੜੇ ਵੇਦ ਸ਼ਾਸਤਰਾਂ ਦਾ ਜਿਹੜਾ ਆਚਰਣ ਹੈ, ਭਾਵ ਜਿਹੜਾ ਉਹਨਾਂ ਦਾ ਸੂਝ ਹੈ, ਕਿਸ ਤਰ੍ਹਾਂ ਆਪ ਜੀ ਨੂੰ ਉਹਨਾਂ ਦੀ ਜਿਹੜੀ ਆਚਰਣ ਨੂੰ, ਜਿਸ ਨੂੰ ਸ਼ਾਸਤਰ ਕਹਿੰਦਾ ਹੈ, ਉਸ ਨੂੰ ਕਿਸ ਤਰ੍ਹਾਂ ਆਪ ਜੀ ਸਮਝ ਸਕਦੇ ਹੋ? ਭਾਵ ਉਸ ਦੇ ਜਿਹੜੇ ਤੱਤ ਨੂੰ ਆਪ ਜੀ ਸਮਝਦੇ ਨਹੀਂ ਹੋ ਅਤੇ ਲੋਕਾਂ ਦੇ ਤਾਂ ਹੀ ਪੜ੍ਹ ਕਰਕੇ ਪੈਸੇ ਕਮਾਉਣ ਦੀ ਖਾਤਰ, ਮਾਇਆ ਨੂੰ ਕਮਾਉਣ ਦੀ ਖਾਤਰ ਉਹ ਜੋ ਸੁਣਾ ਰਹੇ ਹੋ। ਦੇਖੈ ਵਿਕਾਰ ਲਾਲਸਾ ਬਾਡੀ, ਸ਼ਾਂਤ ਬੁੱਧ ਉਰ ਬਾਹਰ ਠਾਂਡੀ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ, ਆਪ ਜੀ ਦੇ ਹਿਰਦੇ ਦੇ ਵਿੱਚ ਵਿਸ਼ੇ ਔਰ ਵਿਕਾਰ ਜਿਹੜੀ ਹੈ, ਉਹਨਾਂ ਦੀ ਜਿਹੜੀ ਲਾਲਸਾ ਹੈ ਉਹ ਬਹੁਤ ਹੀ ਜ਼ਿਆਦਾ ਵਧੀ ਹੋਈ ਹੈ। ਮਨ ਦੇ ਵਿੱਚ ਆਪ ਜੀ ਦੇ ਲਾਲਸਾ ਵਧੀ ਹੋਈ ਹੈ, ਈਰਖਾ ਵਧਿਆ ਹੋਇਆ ਹੈ। ਆਪ ਜੀ ਪੜ੍ਹਦੇ ਬਸ ਇਸ ਵਾਸਤੇ ਹੋ, ਦੂਸਰਿਆਂ ਨੂੰ ਦਬਾਉਣ ਦੇ ਵਾਸਤੇ, ਕਿ ਸਾਡੇ ਕੋਲ ਬਹੁਤ ਹੀ ਜ਼ਿਆਦਾ ਵਿਦਿਆ ਹੈ, ਸਾਡੇ ਕੋਲ ਬਹੁਤ ਹੀ ਜ਼ਿਆਦਾ ਗਿਆਨ ਹੈ। ਪਰ ਆਪ ਜੀ ਦੇ ਹਿਰਦੇ ਦੇ ਵਿੱਚ ਜਿਹੜੀ ਲਾਲਸਾ ਹੈ ਮਾਇਆ ਨੂੰ ਕਮਾਉਣ ਦੀ, ਉਹ ਬਹੁਤ ਹੀ ਜ਼ਿਆਦਾ ਵਧੀ ਹੋਈ ਹੈ। ਸ਼ਾਂਤ ਬੁੱਧ ਔਰ ਬਾਹਰ ਖਾਂਡੀ, ਜਿਹੜੀ ਸ਼ਾਂਤੀ ਦੇਣ ਵਾਲੀ ਬੁੱਧੀ ਹੈ ਨਾ, ਉਹ ਬਾਹਰ ਖੜੀ ਹੋਈ ਹੈ। ਭਾਵ ਉਸ ਨੂੰ ਆਪ ਜੀ ਅੰਦਰ, ਆਪਣੇ ਅੰਤਰ ਆਤਮੇ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੰਦੇ ਹੋ। ਪੜ੍ਹੋ ਸੁਣੋ ਸਭ ਲੋਕ ਦਿਖਾਵਾ, ਅਸ ਕਹਿ ਪੁਨ ਇੱਕ ਸ਼ਬਦ ਅਲਾਵਾ। ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਆਪ ਜੀ ਜੋ ਵੀ ਪੜ੍ਹਦੇ ਹੋ, ਸੁਣਦੇ ਹੋ, ਉਹ ਸਿਰਫ ਤੇ ਸਿਰਫ ਲੋਕ ਦਿਖਾਵਾ ਹੈ। ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਅਸ ਕਹਿ ਪੁਨ ਸ਼ਬਦ ਅਲਾਵਾ। ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਜੋ ਆਪ ਜੀ ਵੇਦ ਪੜ੍ਹਦੇ ਹੋ, ਸ਼ਾਸਤਰ ਪੜ੍ਹਦੇ ਹੋ ਜਾਂ ਅਰਥ ਕਰਦੇ ਹੋ, ਉਹ ਸਿਰਫ ਲੋਕ ਦਿਖਾਵੇ ਵਾਸਤੇ ਕਰਦੇ ਹੋ। ਸਾਧ ਸੰਗਤ ਜੀ, ਇਕੱਲੇ ਪੜ੍ਹਨ ਦੇ ਨਾਲ, ਵੇਦ ਸ਼ਾਸਤਰਾਂ ਦਾ ਅਧਿਐਨ ਕਰਨ ਦੇ ਨਾਲ ਮੁਕਤੀ ਨਹੀਂ ਪ੍ਰਾਪਤ ਹੁੰਦੀ। ਜੋ ਰਾਵਣ ਸੀ, ਉਸ ਨੂੰ 4 ਵੇਦ ਕੰਠ ਸੀ, ਪਰ ਉਹ ਇਸ ਦਾ ਮਹਾਤਮ ਨਹੀਂ ਜਾਣ ਸਕਿਆ। ਉਹ ਫਿਰ ਵੀ ਜੋ ਰਾਮਚੰਦਰ ਜੀ ਦਾ ਵਿਰੋਧੀ ਰਿਹਾ ਹੈ, ਜੋ ਸੱਚ ਦੇ ਵਿੱਚ ਪ੍ਰਵੇਸ਼ ਨਹੀਂ ਹੋਇਆ ਹੈ। ਕਹਿੰਦੇ ਨੇ ਲੰਕਾ ਗੜ ਸੋਨੇ ਕਾ ਭਇਓ, ਮੂਰਖ ਰਾਵਣ ਕਿਆ ਲੈ ਗਇਓ। ਤੇ ਮੂਰਖ ਰਾਵਣ ਵੀ ਕੀ ਲੈ ਗਿਆ? ਉਸ ਨੂੰ ਇੰਨਾ ਵਿਦਵਾਨ ਸੀ, ਐਡਾ ਵੱਡਾ ਮਹਾਂਪੁਰਖ ਮੰਨਿਆ ਜਾਂਦਾ ਸੀ, ਪਰ ਜਿਹੜਾ ਉਹ ਲੋਕ ਦਿਖਾਵਾ ਸੀ, ਉਹਦੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਦੇ ਜਿਹੜਾ ਨਾਮ ਦਾ ਪਾ ਨਹੀਂ ਲੱਗਾ ਸੀਗਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਪੜ੍ਹੋ ਸੁਣੋ ਸਭ ਲੋਕ ਦਿਖਾਵਾ। ਆਪ ਜੀ ਦਾ ਵੀ ਜਿਹੜਾ ਲੋਕ ਦਿਖਾਵਾ ਹੈ, ਆਪ ਜੀ ਵੀ ਜੋ ਲੋਕ ਦਿਖਾਵਾ ਕਰਦੇ ਹੋ, ਇਸ ਤਰ੍ਹਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਲੋਕ ਦਿਖਾਵੇ ਦਾ ਗੱਲ ਕਰਕੇ, ਲੋਕ ਦਿਖਾਵੇ ਦੀ ਗੱਲ ਕਰਕੇ ਜੋ ਪੰਡਤਾਂ ਦੇ ਤਾਈਂ ਸਮਝਾ ਰਹੇ ਨੇ ਕਿ ਇਹ ਭਾਈ, ਜਿੰਨਾ ਚਿਰ ਮਨ ਦੇ ਵਿੱਚ ਆਪ ਜੀ ਵਿਚਾਰ ਨਹੀਂ ਕਰਦੇ ਹੋ, ਜਿੰਨਾ ਚਿਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ ਕਿ ਜਿੰਨਾ ਚਿਰ ਪੜ੍ਹ ਕਰਕੇ ਵਿਚਾਰ ਨਹੀਂ ਕਰਦੇ ਹੋ, ਮੰਨਦੇ ਨਹੀਂ ਹੋ ਅਤੇ ਗਿਆਨ ਦੀ ਰਾਹ ਤੇ ਨਹੀਂ ਚੱਲਦੇ ਹੋ, ਉਤਨੀ ਦੇਰ ਤੱਕ ਜਿਹੜਾ ਆਪ ਜੀ ਦਾ ਭਲਾ ਨਹੀਂ ਹੋਣਾ ਕਰੇਗਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪੰਡਤਾਂ ਦੇ ਤਾਈਂ ਇਸ ਤਰ੍ਹਾਂ ਜੋ ਉਪਦੇਸ਼ ਦੇ ਰਹੇ ਹਨ। ਅੱਜ ਦੇ ਦੀਵਾਨਾਂ ਦੀ ਸਮਾਪਤੀ ਹੈ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪਾਂ ਸ਼ਰਵਣ ਕਰਾਂਗੇ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ ਬਚਨ ਕਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮਰਦਾਰ, ਪਰ ਨਿੰਦਾ ਪਰ ਮਨ ਮਕਸੂਦੀ, ਅਗਲ ਕ੍ਰੋਧ ਚੰਡਾਲ। ਇਸ ਸ਼ਬਦ ਦੇ ਆਪਾਂ ਅਰਥ ਸ਼ਰਵਣ ਕਰਾਂਗੇ, ਕਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸਮਝਾ ਰਹੇ ਹਨ ਜੀਵਾਂ ਦੇ ਤਾਈਂ। ਅੱਜ ਦੇ ਦੀਵਾਨ ਦੇ ਵਿੱਚ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫੀ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਪੜ੍ਹੋ ਸੁਣੋ ਸਭ ਲੋਕ ਦਿਖਾਵਾ, ਅਸ ਕਹਿ ਪੁਨ ਇੱਕ ਸ਼ਬਦ ਅਲਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ